ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਕਾਫੀ ਪੋਸਟਾਂ ਦੇਖਣ ਨੂੰ ਮਿਲਦੀਆਂ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦੇ ਸਮੇਂ ਜੋ ਸ਼ੁਰੂਆਤ ਕੀਤੀ ਗਈ ਆ, ਉੱਥੇ ਕੁਝ ਐਸੀਆਂ ਟਿੱਪਣੀਆਂ ਕੀਤੀਆਂ ਗਈਆਂ ਪ੍ਰਧਾਨ ਮੰਤਰੀ ਜੀ ਵੱਲੋਂ ਅਤੇ ਕੁਝ ਹੋਰ ਸੱਜਣਾਂ ਵੱਲੋਂ, ਜਿਨ੍ਹਾਂ ਦਾ ਸਿੱਖ ਜਗਤ ਵਿੱਚ ਕਾਫੀ ਵਿਰੋਧ ਹੋਇਆ, ਸਿੱਖਾਂ ਵਿੱਚ ਕਾਫੀ ਰੋਹ ਪਾਇਆ ਗਿਆ। ਉਹ ਜੋ ਟਿੱਪਣੀਆਂ ਨੇ ਤਿੰਨ ਖਾਸ ਕਰਕੇ, ਪਹਿਲੀ ਤਾਂ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੋਬਿੰਦ ਰਾਮਾਇਣ ਲਿਖੀ ਹੈ। ਦੂਸਰਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਜਗਤ ਇਹ ਲਵ ਕੁਸ਼ ਦੀ ਵੰਸ਼ ਵਿੱਚੋਂ ਹਨ। ਤੀਸਰੀ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਮੇਂ ਵਿੱਚ ਮੁਗਲਾਂ ਨਾਲ ਲੜਾਈ ਕਰਕੇ ਵੀ ਰਾਮ ਮੰਦਰ ਆਜ਼ਾਦ ਕਰਾਇਆ ਸੀ। ਦੇਖੋ, ਜਦੋਂ ਕੋਈ ਗੱਲ ਕਹੀ ਜਾਂਦੀ ਆ, ਉਹ ਗੱਲ ਦੇ ਵਿੱਚ ਇਤਨਾ ਦਮ ਨਹੀਂ ਹੁੰਦਾ ਜਿਤਨਾ ਕਿ ਉਹਦੇ ਪਿੱਛੇ ਜਿਹੜੀ ਨੀਅਤ ਆ, ਕਿਸ ਨੀਅਤ ਨਾਲ ਕਹੀ ਗਈ ਆ, ਉਹ ਜ਼ਿਆਦਾ ਅਸਰ ਰੱਖਦੀ ਆ, ਉਹ ਜ਼ਿਆਦਾ ਅਹਿਮੀਅਤ ਰੱਖਦੀ ਗੱਲ। ਹੁਣ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਸਿੱਖ ਜਿਹੜੇ ਨੇ ਇੱਕ ਤਰ੍ਹਾਂ ਨਾਲ ਸਾਡੇ ਹਿੰਦੂ ਹੀ ਨੇ, ਕੋਈ ਜੁਦੀ ਕੌਮ ਨਹੀਂ, ਜੁਦਾ ਪੰਥ ਨਹੀਂ, ਜੁਦਾ ਧਰਮ ਨਹੀਂ। ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਇਹ ਸਾਬਤ ਕਰਨਾ ਚਾਹੁੰਦੇ ਕਿ ਸਿੱਖ ਹਿੰਦੂ ਹੀ ਹਨ। ਔਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੇ ਨਾਲ ਸਿੱਖਾਂ ਦੇ ਜਜ਼ਬਾਤ ਉਛਲਣੇ ਬਹੁਤ ਜ਼ਰੂਰੀ ਨੇ ਔਰ ਉਛਲੇ ਨੇ, ਔਰ ਇਹ ਜਾਗਦੀ ਜ਼ਮੀਰ ਦੀ ਨਿਸ਼ਾਨੀ ਹੈ, ਗੁਰੂ ਪਿਆਰ ਦੀ ਨਿਸ਼ਾਨੀ ਆ। ਸਿੱਖ ਫਲਸਫੇ ਨੂੰ ਬਚਾ ਕੇ ਰੱਖਣਾ ਔਰ ਉਹ 'ਤੇ ਪਹਿਰਾ ਦੇਣਾ, ਉਸ ਦੀ ਇੱਕ ਇਹ ਨਿਸ਼ਾਨੀ ਹੈ। ਅਸੀਂ ਜੇ ਇਸ ਚੀਜ਼ ਨੂੰ ਤਿੰਨਾਂ ਪੁਆਇੰਟਾਂ ਨੂੰ ਵਾਰ-ਵਾਰ ਦੇਖੀਏ ਤਾਂ ਸਭ ਤੋਂ ਪਹਿਲੀ ਗੱਲ ਕਿ ਜਦੋਂ ਉਹਨੇ ਇਹ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਗੋਬਿੰਦ ਰਾਮਾਇਣ ਲਿਖੀ ਆ, ਅਤੇ ਉੱਥੇ ਉਹ ਗਲਤ ਹੋ ਜਾਂਦੇ ਨੇ। ਉਹ ਇੱਕ ਭੰਬਲ ਭੂਸਾ ਕ੍ਰੀਏਟ ਕਰਦੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਲਿਖਿਆ ਹੈ ਰਾਮਾ ਅਵਤਾਰ, ਉਹ ਕਹਿ ਦਿੰਦੇ ਕਿ ਰਾਮਾ ਅਵਤਾਰ ਲਿਖਿਆ ਦਸਮ ਗ੍ਰੰਥ ਵਿੱਚ, ਠੀਕ ਸੀ, ਪਰ ਉਸ ਨੇ ਕਿਉਂਕਿ ਉਹਨਾਂ ਨੂੰ ਆਪਣੀ ਇੱਕ ਰੰਗਤ ਦੇ ਕੇ ਬਿਆਨ ਕਰਨਾ ਉਹ ਕਾਬਲੇ ਬਰਦਾਸ਼ਤ ਨਹੀਂ ਆ। ਦੂਸਰੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਇਕੱਲਾ ਰਾਮਾ ਅਵਤਾਰ ਹੀ ਨਹੀਂ ਲਿਖਿਆ, ਜੇ ਉਹਨੂੰ ਇਹ ਰਮਾਇਣ ਕਹਿੰਦੇ ਆ। ਗੁਰੂ ਸਾਹਿਬ ਨੇ ਕ੍ਰਿਸ਼ਨਾ ਅਵਤਾਰ ਵੀ ਲਿਖਿਆ, ਜਿਹੜੀ ਕਿ ਗੀਤਾ ਹੀ ਹੈ। ਔਰ ਇਸ ਤੋਂ ਅੱਗੇ ਚੱਲ ਕੇ ਦੇਖੀਏ ਤਾਂ ਗੁਰੂ ਸਾਹਿਬਾਨ ਨੇ ਸ਼ੁਰੂ ਤੋਂ ਲੈ ਕੇ ਸ੍ਰਿਸ਼ਟੀ ਰਚਨਾ ਤੋਂ ਲੈ ਕੇ ਕਿਵੇਂ ਜਿਹੜੇ ਅਵਤਾਰ ਨੇ ਉਹ ਹੌਲੀ ਹੌਲੀ ਬਦਲਦੇ ਵੱਧਦੇ ਆਏ ਆ। 24 ਅਵਤਾਰਾਂ ਦੀ ਕਥਾ ਲਿਖੀ ਆ। ਔਰ ਉਸ ਲਿਖਣ ਦਾ ਸਿਰਫ ਇਹ ਨਹੀਂ ਹੈ ਮਨੋਰਥ ਕਿ ਉਹਨਾਂ ਦੇ ਉਪਾਸ਼ਕ ਸਨ ਜਾਂ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਲਈ ਲਿਖੀ ਆ। ਉਹ ਸਿਰਫ ਅਤੇ ਸਿਰਫ ਇੱਕ ਆਮ ਸੰਗਤਾਂ ਨੂੰ, ਆਮ ਭਾਰਤੀਆਂ ਨੂੰ ਗਿਆਨ ਦੇਣ ਲਈ ਲਿਖੀ ਆ ਕਿ ਸਾਰੇ ਜਾਣ ਸਕਣ ਵੀ ਉਹ ਕਿਹੋ ਜਿਹਾ ਸੀ, ਉਹਨੇ ਕੀ ਕੀਤਾ ਸੀ, ਕੀ ਕੀਤਾ, ਗਲਤ ਕੀ ਕੀਤਾ। ਸੋ ਇਸ ਤੋਂ ਇਹ ਭਾਵ ਲੈਣਾ ਕਿ ਗੁਰੂ ਸਾਹਿਬ ਉਹਨਾਂ ਦੇ ਉਪਾਸ਼ਕ ਸਨ, ਇਹ ਬਿਲਕੁਲ ਹੀ ਨਿਰਮੂਲ ਗੱਲ ਹੈ। ਗੁਰੂ ਸਾਹਿਬ ਕ੍ਰਿਸ਼ਨ ਅਵਤਾਰ ਲਿਖ ਕੇ ਵੀ ਕਹਿੰਦੇ ਨੇ ਕਿ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਮੈਂ ਨਗਰ ਈਸ਼ੇ ਪ੍ਰਥਮ ਮਨਾਉ। ਸੋ ਗੱਲ ਸਪਸ਼ਟ ਹੋ ਜਾਂਦੀ ਆ। ਰਾਮਾ ਅਵਤਾਰ ਜਿਸ ਨੂੰ ਇਹ ਗੋਬਿੰਦ ਰਾਮਾਇਣ ਕਹਿੰਦੇ ਨੇ, ਉਹ ਲਿਖ ਕੇ ਸਾਰੀ ਗੁਰੂ ਸਾਹਿਬ ਨੇ ਕਹਿਤਾ ਵੀ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਤੇ ਇੱਕ ਨਾ ਮਾਨਿਓ। ਸੋ ਕੋਈ ਗੁੰਜਾਇਸ਼ ਰਹਿ ਹੀ ਨਹੀਂ ਜਾਂਦੀ। ਫਿਰ ਦਸਮ ਗ੍ਰੰਥ ਵਿੱਚ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਕਿ ਕਿਤੇ ਕਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਰਾਮ ਸੇ ਮੇਟ ਤਾਰੇ ਉਪਾਏ। ਸੋ ਦੇਖੋ, ਜਦੋਂ ਹੁਣ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੇ ਅਨੇਕਾਂ ਹੀ ਕ੍ਰਿਸ਼ਨ ਪਰਮਾਤਮਾ ਨੇ ਪੈਦਾ ਕੀਤੇ, ਅਨੇਕਾਂ ਹੀ ਰਾਮ ਪੈਦਾ ਕੀਤੇ ਆ। ਸੋ ਗੁਰੂ ਸਾਹਿਬ ਤੇ ਉਸ ਦੇ ਉਪਾਸ਼ਕ ਨੇ ਜਿਹੜਾ ਇਹਨਾਂ ਨੂੰ ਪੈਦਾ ਕਰਨ ਵਾਲਾ ਆ, ਅਕਾਲ ਪੁਰਖ ਦੇ ਉਪਾਸ਼ਕ ਨੇ। ਔਰ ਜਿੱਥੋਂ ਤੱਕ ਰਾਮ ਦੀ ਗੱਲ ਜਾਂ ਦੂਜੇ ਅਵਤਾਰਾਂ ਦੀ ਗੱਲ ਹੈਗੀ ਆ, ਇਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਗੁਰੂ ਸਾਹਿਬ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਸਾਰੇ ਪੜ੍ਹਦੇ ਵੇ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਸੋ ਗੁਰੂ ਸਾਹਿਬ ਇਹ ਵੀ ਲਿਖਦੇ ਨੇ ਦਸਮ ਗ੍ਰੰਥ ਵਿੱਚ ਵੀ ਜੋ 24 ਅਵਤਾਰ ਕਹਾਏ, ਤਿੰਨ ਵੀ ਪ੍ਰਭ ਤੋਹੇ ਤਨਕ ਨਾ ਪਾਏ। ਉਹਨੇ ਕਥਾ ਲਿਖ ਦਿੱਤੀ ਹੈ, ਲੇਕਿਨ ਨਾਲੇ ਵੀ ਫੈਸਲਾ ਦਿੱਤਾ ਕਿ ਉਹ ਵੀ ਪਰਮਾਤਮਾ ਤੈਨੂੰ ਨਹੀਂ ਜਾਣ ਸਕੇ, ਤੇਰਾ ਭੇਦ ਨਹੀਂ ਪਾ ਸਕੇ। ਸੋ ਜਿਹੜਾ ਰਾਮ ਰੋ ਰਿਹਾ ਸੀਤਾ ਦੇ ਵਿਛੋੜੇ ਵਿੱਚ, ਉਹ ਆਮ ਇਨਸਾਨ ਦੇ ਪੱਧਰ ਦੀ ਗੱਲ ਆ। ਜਿਵੇਂ ਸਾਡੇ 'ਤੇ ਮਾਇਆ ਦਾ ਅਸਰ ਆ, ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਇਹ ਸਾਬਤ ਕਰਤਾ ਕਿ ਉਹਨਾਂ 'ਤੇ ਵੀ ਇਸ ਤਰ੍ਹਾਂ ਹੀ ਉਹ ਵੀ ਮਾਇਆ ਦੇ ਪ੍ਰਭਾਵ ਵਿੱਚ ਹੀ ਜੀਂਦੇ ਸਨ। ਠੀਕ ਆ, ਉਹ ਚੰਗੇ ਅਮੀਰ ਖਾਨਦਾਨਾਂ 'ਚ ਪੈਦਾ ਹੋਏ, ਰਾਜੇ ਰਜਵਾੜੇ ਸੀਗੇ, ਅਤੇ ਪੁਰਾਣਾ ਇੱਕ ਸਿਸਟਮ ਹੀ ਸੀਗਾ ਵੀ ਦਲੀਸ ਬਰੋ ਈਸ ਬਰੋ, ਜਿਹੜਾ ਬਾਦਸ਼ਾਹ ਉਹਨੂੰ ਰੱਬ ਮੰਨ ਲੈਂਦੇ ਸੀ। ਗੁਰੂ ਸਾਹਿਬ ਤਾਂ ਸਪਸ਼ਟ ਹੀ ਕਰ ਗਏ ਇੱਕ ਤਾਂ ਕਿ ਜੁਗੇ ਜੁਗੇ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਉਹ ਰਾਜੇ ਸੀ, ਉਹਨਾਂ ਨੂੰ ਲੋਕ ਅਵਤਾਰ ਸਮਝਦੇ ਸੀ। ਸੋ ਮੈਂ ਸਮਝਦਾ ਕਿ ਜੇ ਕਿਤੇ ਪ੍ਰਧਾਨ ਮੰਤਰੀ ਸਾਹਿਬ ਜਾਂ ਇਹਨਾਂ ਦੇ ਸਲਾਹਕਾਰ ਗੋਬਿੰਦ ਰਾਮਾਇਣ ਜਿਹਨੂੰ ਕਹਿੰਦੇ ਨੇ ਰਾਮਾ ਅਵਤਾਰ ਨੂੰ,
ਇਹ ਪੜ੍ਹ ਲੈਂਦੇ, ਇਹ ਕਦੀ ਵੀ ਉੱਥੇ ਇਹ ਬਿਆਨ ਨਾ ਦਿੰਦੇ, ਕਿਉਂਕਿ ਇਹਨਾਂ ਦੇ ਰਾਮ ਦੀ ਜੋ ਉਹਦੇ ਵਿੱਚ ਵਿਆਖਿਆ ਕੀਤੀ ਗਈ ਆ, ਉਹ ਆਮ ਇੱਕ ਦੁਨਿਆਵੀ ਇਨਸਾਨ ਦੇ ਲੈਵਲ 'ਤੇ ਲਿਆ ਕੇ ਉਹਨਾਂ ਨੇ ਦੱਸਿਆ ਵੀ ਉਹਨਾਂ 'ਤੇ ਉਹ ਸਾਰੇ ਅਸਰ ਹੁੰਦੇ ਸਨ ਮਾਇਆ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਉਹ ਸਾਰੇ ਦਾਮ ਸਾਮ ਦੰਡ ਭੇਦ ਜੋ ਆ ਉਹ ਵਰਤਦੇ ਸੀਗੇ। ਸੋ ਉਹਦੇ ਨਾਲ ਇਹਨਾਂ ਨੂੰ ਪਤਾ ਲੱਗ ਸਕਦਾ ਸੀ ਵੀ ਗੁਰੂ ਸਾਹਿਬ ਨੇ ਰਾਮ ਬਾਰੇ ਕੀ ਲਿਖਿਆ। ਜੇ ਇਹ ਇੰਨਾ ਸਮਝਦੇ ਆ, ਪੜ੍ਹ ਕੇ ਫਿਰ ਇਹ ਗੱਲ ਕਹਿੰਦੇ ਆ, ਤੇ ਫਿਰ ਇਹਨਾਂ ਨੂੰ ਚਾਹੀਦਾ ਕਿ ਉਹ ਰਾਮ ਅਵਤਾਰ ਜੋ ਰਾਮਾ ਅਵਤਾਰ ਹੈ ਦਸਮ ਗ੍ਰੰਥ ਵਿੱਚ, ਉਹਦੀ ਕਿਤਾਬਾਂ ਛਪਾ ਕੇ ਸਾਰੇ ਹਿੰਦੁਸਤਾਨ ਵਿੱਚ ਵੰਡਣ। ਪਰ ਇਹ ਕਦੀ ਨਹੀਂ ਕਰਨਗੇ, ਕਿਉਂਕਿ ਇਹਨਾਂ ਨੂੰ ਪਤਾ ਲੱਗ ਜਾਣਾ ਪੜ੍ਹੇ ਤੇ ਵੀ ਇਹ ਸਾਡੇ ਕੰਮ ਦੀ ਗੱਲ ਨਹੀਂ ਆ, ਇਹ ਨਾਲ ਸਾਡੇ 'ਤੇ ਇਹ ਉਲਟ ਪੈ ਰਹੀ ਆ। ਸੋ ਇਹ ਤਾਂ ਹੈ ਇਹਨਾਂ ਦੇ ਇਹ ਕਹਿਣਾ ਕਿ ਰਮਾਇਣ, ਗੋਬਿੰਦ ਰਮਾਇਣ ਬਾਰੇ। ਸੋ ਅਸੀਂ ਇਹਨਾਂ ਦੇ ਉਕਸਾਵੇ 'ਚ ਆ ਕੇ ਜਾਂ ਆਪ ਇਹਨਾਂ ਦੇ ਕਿਸੇ ਬਹਿਕਾਵੇ 'ਚ ਆ ਕੇ ਆਪਣਾ ਨੁਕਸਾਨ ਨਾ ਕਰ ਲਈਏ। ਸਾਨੂੰ ਬੜੇ ਸੁਚੇਤ ਹੋਣ ਦੀ ਲੋੜ ਆ ਕਿ ਅਸੀਂ ਦਸਮ ਗ੍ਰੰਥ ਦੇ ਖਿਲਾਫ ਨਾ ਹੋ ਜਾਈਏ, ਅਸੀਂ ਰਾਮਾ ਅਵਤਾਰ 24 ਅਵਤਾਰਾਂ ਦੀ ਕਥਾ ਹੀ ਕਹਿ ਦਈਏ ਕਿ ਨਹੀਂ ਪੜ੍ਹਨੀ, ਗੁਰੂ ਸਾਹਿਬ ਨੇ ਨਹੀਂ ਲਿਖੀ। ਨੋ, ਗੁਰੂ ਸਾਹਿਬ ਨੇ ਲਿਖੀ ਆ। ਪੁਰਾਣੇ ਸਮੇਂ 'ਚ ਸੰਸਕ੍ਰਿਤ ਸਭ ਕੁਝ ਸੀਗਾ, ਬ੍ਰਾਹਮਣ ਕਹਿੰਦਾ ਸੀ ਵੀ ਬ੍ਰਾਹਮਣ ਨੂੰ ਪੜ੍ਹਨ ਦੇਣੀ, ਹੋਰ ਕੋਈ ਪੜ੍ਹ ਨਹੀਂ ਸਕਦਾ। ਗੁਰੂ ਸਾਹਿਬ ਨੇ ਉਹ ਮਨਜ਼ਰ-ਏ-ਆਮ ਕਰ ਦਿੱਤੀ, ਜਿਹਦਾ ਜੀ ਕਰਦਾ ਪੜ੍ਹੇ ਔਰ ਇਹ ਦੇਖੇ, ਤੁਲਨਾ ਕਰੇ ਕਿ ਸਾਡਾ ਮਤ ਕੀ ਆ ਅਤੇ ਪੁਰਾਤਨ ਮਤ ਵਿੱਚ ਕੀ ਹੋ ਰਿਹਾ। ਚੋਇਸ ਤੁਹਾਡੀ ਆ, ਜਿੱਧਰ ਜਾਣਾ ਜਾਓ। ਜਿੱਥੋਂ ਤੱਕ ਵੰਸ਼ ਦੀ ਗੱਲ ਆ, ਇਹ 'ਤੇ ਵੀ ਸਾਨੂੰ ਬੜੇ ਠਰੰਮੇ ਨਾਲ ਜਿਹੜਾ ਉਹ ਵਿਚਾਰ ਕਰਨੀ ਚਾਹੀਦੀ ਆ। ਵੰਸ਼ ਜਿਹੜੀ ਆ, ਜਦੋਂ ਤੋਂ ਦੁਨੀਆ ਚੱਲੀ ਆ ਰਹੀ ਆ, ਕੋਈ ਨਾ ਕੋਈ ਵੰਸ਼ ਜਿਹੜੀ ਆ ਉਹ ਚੱਲੀਆਂ ਹੀ ਆ ਰਹੀਆਂ। ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਕੁਝ ਜਿਹੜਾ ਹੈ, ਹਰ ਇੱਕ ਦੀ ਜਿਹੜੀ ਵੰਸ਼ ਹੈ, ਡੈਂਸਿਟੀ ਜੋ ਹੁੰਦੀ ਆ ਹਰਿਆਂ ਦੀ, ਉਹ ਕਿਤੇ ਨਾ ਕਿਤੇ ਜਾ ਕੇ ਜੁੜਦੀ ਆ। ਹਰ ਧਰਮ 'ਚੋਂ ਕੋਈ ਨਾ ਕੋਈ ਧਰਮ ਨਿਕਲਿਆ, ਕੋਈ ਐਸਾ ਧਰਮ ਨਹੀਂ ਜਿਹ ਤੋਂ ਪਹਿਲਾਂ ਕੋਈ ਧਰਮ ਨਹੀਂ ਸੀ। ਸਨਾਤਨ ਧਰਮ ਵਿੱਚੋਂ ਬੌਧ ਮਤ ਨਿਕਲ ਗਿਆ, ਜੈਨ ਮਤ ਨਿਕਲ ਗਿਆ, ਇਸੇ ਤਰ੍ਹਾਂ ਸਿੱਖ ਮਤ ਨਿਕਲ ਗਿਆ। ਇਸੇ ਤਰ੍ਹਾਂ ਹੀ ਵੈਸਟਰਨ ਵਰਲਡ ਦੇ ਵਿੱਚ ਉਹ ਐਡਮ ਨੂੰ ਮੰਨਦੇ ਆ ਆਪਣਾ ਸਭ ਤੋਂ ਪਹਿਲਾ ਪੈਗੰਬਰ, ਫਿਰ ਐਡਮ ਤੋਂ ਬਾਅਦ ਉਹ ਨੋਹਾ ਨੂੰ ਮੰਨਦੇ ਆ, ਫਿਰ ਲੂਤ ਆ ਜਾਂਦੇ ਆ, ਫਿਰ ਇਬਰਾਹੀਮ ਆ ਜਾਂਦਾ, ਫਿਰ ਮੂਸਾ ਆ ਜਾਂਦਾ ਜਿਹੜੇ ਕਿ ਯਹੂਦੀਆਂ ਦੇ ਪੈਗੰਬਰ ਹੋਏ ਆ। ਉਹ ਤੋਂ ਬਾਅਦ ਈਸਾ ਆ ਜਾਂਦਾ ਕ੍ਰਿਸਚੀਅਨਾਂ ਦਾ, ਫਿਰ ਮੁਹੰਮਦ ਸਾਹਿਬ ਆ ਜਾਂਦੇ ਆ। ਲੇਕਿਨ ਉਹਨਾਂ ਦੀ ਜੋ ਵੰਸ਼ਾਵਲੀ ਆ ਉਹ ਬਿਲਕੁਲ ਸਹੀ ਆ, ਉਹਨਾਂ ਨੂੰ ਕਿਸੇ ਨੂੰ ਵੀ ਇਤਰਾਜ਼ ਨਹੀਂ। ਨਾ ਮੁਹੰਮਦ ਸਾਹਿਬ ਦੇ ਜਿਹੜੇ ਪੈਰੋਕਾਰ ਮੁਸਲਮਾਨ ਨੇ, ਨਾ ਉਹਨਾਂ ਨੂੰ ਕੋਈ ਇਤਰਾਜ਼ ਆ, ਨਾ ਕ੍ਰਿਸਚੀਅਨ ਨੂੰ ਕੋਈ ਇਤਰਾਜ਼ ਆ ਕਿ ਸਾਡੇ ਜਿਹੜੇ ਪੈਗੰਬਰ ਆ ਉਹ ਯਹੂਦੀ ਪਰਿਵਾਰ ਵਿੱਚ ਪੈਦਾ ਹੋਇਆ, ਕਿਉਂਕਿ ਉਹਦੇ ਉੱਥੇ ਪੈਦਾ ਹੋਣ ਦਾ ਕੋਈ ਮਾਇਨਾ ਨਹੀਂ ਰੱਖਦਾ। ਉਹਨੇ ਪੈਦਾ ਹੋ ਕੇ ਕੀ ਕੀਤਾ, ਕੀ ਚਲਾਇਆ, ਕਿਹੜੀ ਰੀਤ ਖੰਡਨ ਕਰਤੀ, ਕਿਹੜੀ ਰੱਖ ਲਈ, ਉਹ ਕਾਊਂਟ ਕਰਦਾ। ਇਸ ਕਰਕੇ ਉਹਨਾਂ ਨੂੰ ਜੇ ਕੋਈ ਕਹਿੰਦਾ ਕਿ ਤੁਹਾਡਾ ਕ੍ਰਿਸਚੀਅਨ ਹੋ ਭਈ ਪੈਗੰਬਰ ਜਿਹੜਾ ਉਹ ਯਹੂਦੀ ਸੀ, ਯਹੂਦੀ ਪਰਿਵਾਰ 'ਚ ਪੈਦਾ ਹੋਇਆ, ਉਹ ਮੰਨ ਲੈਂਦੇ ਵੀ ਹਾਂ ਹੋਇਆ। ਲੇਕਿਨ ਉਹਨਾਂ ਨੂੰ ਇਸ ਗੱਲ ਤੋਂ ਖਤਰਾ ਨਹੀਂ ਕਿ ਇੱਦਾਂ ਕੋਈ ਅਸੀਂ ਮੰਨ ਲਵਾਂਗੇ ਤਾਂ ਅਸੀਂ ਯਹੂਦੀ ਬਣ ਜਾਵਾਂਗੇ। ਇਸੇ ਤਰ੍ਹਾਂ ਹੀ ਸਾਨੂੰ ਸਿੱਖਾਂ ਨੂੰ ਵੀ ਇਹ ਗੱਲ ਲੈਣੀ ਚਾਹੀਦੀ ਵੀ ਜੇ ਸਾਡੇ ਗੁਰੂ ਸਾਹਿਬਾਨ ਹਿੰਦੂ ਪਰਿਵਾਰਾਂ ਵਿੱਚ ਬੇਦੀ ਜਾਂ ਸੋਢੀ ਕੁਲ ਵਿੱਚ ਪੈਦਾ ਹੋਏ ਆ, ਅਤੇ ਉਹਨਾਂ ਦੇ ਪੈਦਾ ਹੋ ਕੇ ਉਹਨੇ ਕੀਤਾ ਕੀ, ਉਹਨੇ ਤਾਂ ਸਾਰਾ ਨਕਾਰ ਦਿੱਤਾ। ਸਿਸਟਮ ਨੂੰ ਉਹਨਾਂ ਨੂੰ ਤਿਲਾਂਜਲੀ ਦੇਤੀ, ਆਪਣਾ ਨਵਾਂ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਾਡਾ ਤਾਂ ਨਿਰਮਲ ਪੰਥ ਉਹਨਾਂ ਤੋਂ ਬਿਲਕੁਲ ਹਟ ਕੇ ਚੱਲਿਆ ਆ ਰਿਹਾ। ਸਾਨੂੰ ਮਤਲਬ ਇਸ ਚੀਜ਼ 'ਤੇ ਭਰੋਸਾ ਹੋਣਾ ਚਾਹੀਦਾ। ਸੋ ਜਿਹੜੇ ਇਸ ਤਰ੍ਹਾਂ ਨਾਲ ਸੋਚਦੇ ਆ, ਉਹਨਾਂ ਨੂੰ ਥੋੜ੍ਹਾ ਜਿਹਾ ਠਰੰਮੇ ਨਾਲ ਸੋਚਣਾ ਚਾਹੀਦਾ। ਥੋੜ੍ਹੇ ਜਿਹੇ ਬਹਿਕਾਵੇ 'ਚ ਆ ਕੇ ਅਸੀਂ ਕਿਤੇ, ਜਿੱਦਾਂ ਮੈਂ ਪਹਿਲਾਂ ਕਿਹਾ, ਆਪਣਾ ਨੁਕਸਾਨ ਨਾ ਕਰ ਬੈਠੀਏ, ਅਸੀਂ ਆਪਣਾ ਇਤਿਹਾਸ, ਆਪਣੀ ਹਿਸਟਰੀ ਨਾ ਗਵਾ ਬੈਠੀਏ। ਵੰਸ਼ ਹਰ ਇੱਕ ਦੀ ਕਿਸੇ ਨਾ ਕਿਸੇ ਨਾਲ ਜੁੜਦੀ ਆ। ਜਿਵੇਂ ਮੁਹੰਮਦ ਸਾਹਿਬ ਤੋਂ ਪਹਿਲਾਂ ਕ੍ਰਿਸਚੀਅਨ ਸੀਗੇ, ਕ੍ਰਿਸਚੀਅਨ ਤੋਂ ਪਹਿਲਾਂ ਯਹੂਦੀ ਹੈਗੇ ਆ, ਯਹੂਦੀਆਂ ਤੋਂ ਪਹਿਲਾਂ ਇਬਰਾਹੀਮ ਦਾ ਵੰਸ਼ ਹੈ, ਇਬਰਾਹੀਮ ਤੋਂ ਪਹਿਲਾਂ ਲੂਤ ਦਾ ਵੰਸ਼ ਹੈ, ਲੂਤ ਤੋਂ ਪਹਿਲਾਂ ਨੂਹਾਂ ਦਾ ਵੰਸ਼ ਹੈ, ਨੂਹਾਂ ਤੋਂ ਪਹਿਲਾਂ ਫਿਰ ਇਹ ਜਾ ਕੇ ਅਦਰਿਸ ਤੋਂ ਉੱਤੇ ਜਾ ਕੇ ਇਹਨਾਂ ਦਾ ਜਿਹੜਾ ਮੁੱਢਲਾ ਉਹ ਹੈ ਆਦਮ, ਬਾਬਾ ਆਦਮ, ਐਡਮ ਜਿਹਨੂੰ ਕਹਿੰਦੇ ਆ। ਇਸੇ ਤਰ੍ਹਾਂ ਜਿਹੜਾ ਸਾਡੇ ਪਾਸੇ ਆ, ਸਾਡੀ ਬੰਸਾਵਲੀ ਵੀ ਇਸੇ ਤਰ੍ਹਾਂ ਚੱਲਦੀ ਆ। ਲੇਕਿਨ ਕਿਸੇ ਦਾ ਕਿਸੇ ਬੰਸਾਵਲੀ ਵਿੱਚ ਪੈਗੰਬਰ ਦਾ ਜਨਮ ਹੋਣਾ ਇਹ ਸਿੱਧ ਨਹੀਂ ਕਰ ਦਿੰਦਾ ਕਿ ਉਹਦੀ ਉਮਤ ਹੁਣ ਉਹੋ ਹੀ ਕੁਛ ਹੈ ਜਿਸ ਪਰਿਵਾਰ 'ਚ ਉਹਨਾਂ ਦੇ ਪੈਗੰਬਰ ਦਾ ਜਨਮ ਹੋਇਆ ਸੀ। ਇਹ ਸਾਨੂੰ ਬੜਾ ਇੱਕ ਸਪਸ਼ਟ ਕਲੀਅਰ ਤੈਅ ਹੋਣਾ ਚਾਹੀਦਾ। ਜਿੱਥੋਂ ਤੱਕ ਵੰਸ਼ ਨੂੰ ਲੈ ਕੇ ਰੌਲਾ ਪੈਂਦਾ ਆ ਵੀ ਬੇਦੀ ਜਾਂ ਸੋਢੀਆਂ ਦੀ, ਗੁਰੂ ਗ੍ਰੰਥ ਸਾਹਿਬ ਦਾ ਸਾਡੇ ਗੁਰੂ ਨੇ, ਅਸੀਂ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਭੱਟਾਂ ਦੇ ਸਪਈਏ ਜਦੋਂ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਬੜਾ ਸਪਸ਼ਟ ਲਿਖਦੇ ਆ, ਉਹ ਕਹਿੰਦੇ ਰਘੁਬੰਸ ਤਿਲਕ ਸੁੰਦਰ ਦਸ਼ਰਥ ਕਰ, ਮੁਨ ਬੰਸ਼ੇ ਜਾਂ ਕੀ ਸਰਣਨ, ਸਤਿਗੁਰ ਸੇਵ ਅਲਖਗਤ ਜਾਂ ਕੀ, ਸ੍ਰੀ ਰਾਮਦਾਸ ਤਾਰਨ ਤਰਣਨ। ਰਘੁਬੰਸ ਤਿਲਕ ਸੁੰਦਰ ਦਸ਼ਰਥ ਕਰ, ਉਹ ਕਹਿੰਦੇ ਆ ਵੀ ਰਘੂ ਦੀ ਕੁੱਲ ਵਿੱਚ, ਦਸ਼ਰਥ ਦੇ ਘਰ ਵਿੱਚ ਸ਼੍ਰੋਮਣੀ ਅਤੇ ਸੁੰਦਰ ਮੇਰੀਆਂ ਨਿਗਾਹਾਂ ਵਿੱਚ ਤੇ ਗੁਰੂ ਰਾਮਦਾਸ ਜੀ ਹੀ ਹਨ। ਇਹ ਭੱਟ ਕਹਿ ਰਹੇ ਹਨ, ਜਿਨ੍ਹਾਂ ਦੀ ਸ਼ਰਨ ਆਉਣਾ ਸਾਰੇ ਮੁਨੀ ਲੋਚਦੇ ਹਨ।
ਸ੍ਰੀ ਗੁਰੂ ਰਾਮਦਾਸ ਦੀ ਸੇਵਾ ਕਰੋ, ਸ਼ਰਨ ਪਵੋ, ਜਿਸ ਦੀ ਆਤਮਿਕ ਅਵਸਥਾ ਬਿਆਨ ਤੋਂ ਬਾਹਰ ਹੈ, ਜੋ ਤਰਨ ਤਾਰਨ ਲਈ ਜਹਾਜ਼ ਹੈ। ਹੁਣ ਦੇਖੋ ਵੀ ਸਪਸ਼ਟ ਗੁਰੂ ਗ੍ਰੰਥ ਸਾਹਿਬ ਵਿੱਚ ਰਘੂਵੰਸ਼ ਕੀ ਆ? ਰਘੂ ਦੀ ਕੁਲ ਵਿੱਚ ਦਸ਼ਰਥ ਦੇ ਘਰ ਵਿੱਚ ਪੈਦਾ ਹੋਣ ਵਾਲੀ ਵੰਸ਼। ਰਘੂਵੰਸ਼ ਤਿਲਕ ਸੁੰਦਰ ਦਸ਼ਰਥ ਘਰ, ਮੁਨ ਬੰਸ਼ੇ ਜਾਂ ਕੀ ਸਰਣਾ। ਸੋ ਹੁਣ ਅਸੀਂ ਕੀ ਇਤਰਾਜ਼ ਕਰ ਸਕਦੇ ਹਾਂ ਆਪਣੇ ਗੁਰੂ ਦੇ ਉੱਤੇ? ਗੁਰੂ ਸਾਹਿਬ ਤਾਂ ਕਹਿੰਦੇ ਜੋ ਗੁਰ ਕਿਹਾ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਅਸੀਂ ਕਿਉਂਕਿ ਪੜ੍ਹਦੇ ਨਹੀਂ, ਸਮਝਦੇ ਨਹੀਂ, ਅਸੀਂ ਕਾਫੀ ਟੁੱਟ ਚੁੱਕੇ ਹਾਂ ਆਪਣੇ ਫਲਸਫੇ ਨਾਲੋਂ, ਆਪਣੇ ਇਤਿਹਾਸ ਨਾਲੋਂ, ਅਤੇ ਸਾਨੂੰ ਜਦੋਂ ਵੀ ਕੋਈ ਥੋੜ੍ਹਾ ਜਿਹਾ ਇੱਦਾਂ ਦੀ ਗੱਲ ਕਰਕੇ ਤੇ ਕੋਈ ਸ਼ਰਾਰਤੀ ਲੋਕ ਭੜਕਾ ਦਿੰਦੇ ਅਸੀਂ ਭਟਕ ਉੱਠਦੇ ਹਾਂ। ਹੋਰ ਉਦਾਹਰਨ ਦੇਖੋ, ਗੁਰੂ ਅਮਰਦਾਸ ਕੀ ਕਥ ਕਥਾ ਹੈ, ਇੱਕ ਜੀ ਕਿਛ ਕਹੀ ਨ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਦੇਖੋ ਇੱਥੇ ਵੀ ਜ਼ਿਕਰ ਹੈ ਸੋਢੀ ਵੰਸ਼ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਫਿਰ ਹੋਰ ਦੇਖੋ, ਭੈ ਭੰਜਨ ਪਰ ਪੀਰ ਨਿਵਾਰਨ, ਕਲ ਸਹਾਰ ਤੋਹੇ ਜਸ ਬਖਤਾ, ਕੁਲ ਸੋਢੀ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ। ਕਿੰਨੀਆਂ ਐਗਜ਼ਾਮਪਲਾਂ ਦਿੱਤੀਆਂ ਜਾਣ। ਉੱਥੇ ਹੀ ਭੱਟਾਂ ਦੇ ਸਵਈਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਇੱਕ ਬਚਨ ਦਰਜ ਹੈ ਕਿ ਗੁਰੂ ਨਾਨਕ ਨਿਕਟ ਬਸੇ ਬਨਵਾਰੀ, ਤਿਨ ਲਹਿਣਾ ਥਾਪ ਜੋਤ ਜਗ ਧਾਰੀ, ਲੈਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਦੇਖੋ ਹੁਣ ਅਮਰਦਾਸ ਦਾ ਜੋ ਕੋਲਿਆ ਵੰਸ਼ ਆ ਉਹ ਭੱਲਿਆਂ 'ਚੋਂ ਸੀ, ਭੱਲਾ ਸੀ ਉਹਨਾਂ ਦੀ ਪਰਿਵਾਰ ਦਾ ਜਿਹੜਾ ਲਾਸਟ ਨੇਮ ਸੀ ਪਹਿਲਾਂ, ਔਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਇਹਦੇ ਨਾਲ ਕੋਈ ਸਿੱਖ ਫਿਲਾਸਫੀ ਦਾ ਕਿੰਗਰਾ ਨਹੀਂ ਭੁਰ ਗਿਆ। ਜਾਂ ਗੁਰੂ ਅਮਰਦਾਸ ਜੀ ਨੇ ਕੀ ਕੀਤਾ, ਕਿੰਨੀ ਸਾਡੇ ਨਾਲ ਮਤਲਬ ਉਹਨਾਂ ਨੇ ਨਿਖਾਰ ਲਿਆਂਦਾ ਨਿਰਮਲ ਪੰਥ ਵਿੱਚ, ਉਹ ਸਾਡੇ ਸਾਹਮਣੇ ਜਗਤ ਦੇ ਸਾਹਮਣੇ ਆ। ਜਦੋਂ ਕਹਿੰਦੇ ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿੰਨ ਸ੍ਰੀ ਰਾਮ ਦਾ ਸੋਢੀ ਸਿਰ ਥਾਪਿਓ, ਹਰ ਕਾ ਨਾਮ ਅਖੈ ਨਿਧ ਅਰਪਿਓ। ਉਹ ਕਹਿੰਦੇ ਅਮਰਦਾਸ ਜੀ ਨੇ ਫਿਰ ਤਿੰਨ ਮੀਨਸ ਅਮਰਦਾਸ ਜੀ ਨੇ ਸ੍ਰੀ ਰਾਮ ਦਾ ਸੋਢੀ ਸਿਰ ਥਾਪਿਓ। ਸੋ ਹੁਣ ਇੱਥੇ ਉਹਨਾਂ ਦੀ ਵੰਸ਼ ਦਾ ਵੀ ਜ਼ਿਕਰ ਆ ਗਿਆ। ਜੇ ਅਸੀਂ ਵੰਸ਼ਾਂ ਦੇ ਜ਼ਿਕਰ ਤੋਂ ਡਰਨਾ ਆ ਫੇਰ ਤਾਂ ਕੋਈ ਸਾਡਾ ਜਿੱਦਾਂ ਕਹਿੰਦੇ ਹੁੰਦੇ ਆ ਕਿ ਟਿਕਾਣਾ ਹੀ ਨਹੀਂ ਰਹੇਗਾ। ਲੇਕਿਨ ਇੰਨਾ ਕਹਿਣ ਤੋਂ ਮਤਲਬ ਇਹ ਵੀ ਨਹੀਂ ਕਿ ਸਾਡੀ ਟੇਕ ਵੰਸ਼ ਆ, ਟੇਕ ਸਾਡਾ ਗੁਰੂ ਦਾ ਫਲਸਫਾ ਆ। ਲੇਕਿਨ ਜੇ ਗੁਰੂ ਸਾਹਿਬ ਸਾਨੂੰ ਇਹ ਦੱਸਦੇ ਆ ਕਿ ਵੰਸ਼ ਸਾਡੀ ਕਿੱਥੇ ਜੁੜੀ ਆ, ਕਿੱਥੋਂ ਅਸੀਂ ਆਏ ਆ, ਉਹ ਕੀ ਕਰਦੇ ਸੀ, ਤਾਂ ਅਸੀਂ ਨਿਰਮਲ ਕਿੱਦਾਂ ਉਹਨਾਂ ਤੋਂ ਹੋ ਗਏ ਆ, ਅਸੀਂ ਉਹਨਾਂ ਤੋਂ ਨਿਆਰੇ ਕਿੱਦਾਂ ਹੋ ਗਏ ਆ, ਇਹ ਗੱਲ ਜਦੋਂ ਸਮਝ ਆ ਗਈ ਫਿਰ ਤਾਂ ਖਤਰੇ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ। ਇਹ ਗੁਰੂ ਗ੍ਰੰਥ ਸਾਹਿਬ 'ਚੋਂ ਮੈਂ ਤੁਹਾਨੂੰ ਹਵਾਲੇ ਦਿੱਤੇ ਆ। ਭੱਲਾ ਵੰਸ਼ ਦੀ ਜ਼ਿਕਰ ਆਇਆ, ਸੋਢੀ ਵੰਸ਼ ਦਾ ਜ਼ਿਕਰ ਆਇਆ। ਅਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਸ਼ਬਦ ਬਹੁਤ ਸੁਣਦੇ ਆ ਜਦੋਂ ਉਹਨਾਂ ਦਾ ਮੀਰੀ ਪੀਰੀ ਦਿਵਸ ਮਨਾਉਂਦੇ ਆ ਵੀ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਅਗਲੀ ਪੰਕਤੀ ਕਿ ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਅੱਜ ਤਾਈਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿ ਇੱਥੇ ਲਫ਼ਜ਼ ਸੋਢੀਆਂ ਕਿਉਂ ਆ, ਕਿਉਂਕਿ ਸੋਢੀ ਵੰਸ਼ ਚੋਂ ਸੀਗੇ, ਉਹਨਾਂ ਦਾ ਪਿਛੋਕੜ ਆ ਇਹ। ਲੇਕਿਨ ਪਿਛੋਕੜ ਨਾਲ ਨਹੀਂ ਜੁੜਿਆ ਰਹਿ ਗਿਆ, ਉਹ ਤਲਾਂਜਲੀ ਦੇਤੀ, ਕੱਟਿਆ ਗਿਆ, ਛੱਡਿਆ ਗਿਆ ਸਭ ਕੁਝ, ਲੇਕਿਨ ਨਿਰਮਲ ਪੰਥ ਜਿਹੜਾ ਉਹ ਉਦੈ ਹੋ ਗਿਆ। ਇਸੇ ਤਰ੍ਹਾਂ ਇੱਕ ਹੋਰ ਹੈ ਭਾਈ ਗੁਰਦਾਸ ਜੀ ਦੀ ਵਾਰ ਦੀ ਪੌੜੀ। ਉਹ ਕਹਿੰਦੇ ਦਿੱਚੇ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਹੁਣ ਜਦੋਂ ਅਸੀਂ ਇਹ ਪੜ੍ਹਦੇ ਹਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਜਾਂ ਦਸਮ ਗ੍ਰੰਥ ਦੇ ਵਿੱਚ, ਅਤੇ ਇਹ ਸਾਨੂੰ ਪਤਾ ਹੋਣਾ ਚਾਹੀਦਾ, ਸਾਨੂੰ ਇਹ ਪਿਛੋਕੜ ਦੀ ਵਾਕਫੀ ਹੋਣੀ ਚਾਹੀਦੀ ਹੈ। ਲੇਕਿਨ ਉਹ ਪਿਛੋਕੜ ਦੇ ਵਿੱਚ ਉਹ ਬਜ਼ੁਰਗ, ਉਹ ਪੁਰਵਜ ਜਿਹੜੇ ਸੀ, ਉਹ ਕੀ ਕਰਦੇ, ਕੀ ਕਮਾਉਂਦੇ, ਜਾਂ ਅੱਜ ਤੱਕ ਵੀ ਉਹ ਕਿਹੜੀਆਂ ਕਰਮਕਾਂਡਾਂ 'ਚ ਫਸੇ ਹੋਏ ਆ, ਮੀਨਿੰਗਲੈਸ ਰਿਚੁਅਲ 'ਚ ਫਸੇ ਹੋਏ ਆ, ਅਸੀਂ ਉਹਨਾਂ 'ਚੋਂ ਬਾਹਰ ਹਾਂ, ਸਾਨੂੰ ਕੋਈ ਖਤਰਾ ਨਹੀਂ। ਸੋ ਸਾਨੂੰ ਇਹ ਸਾਰੇ ਕਾਸੇ ਨੂੰ ਇਸ ਤਰ੍ਹਾਂ ਦੇ ਨਾਲ ਲੈਣਾ ਚਾਹੀਦਾ। ਸੋ ਵੰਸ਼ ਦੀ ਕੋਈ ਰੌਲਾ ਨਹੀਂ। ਜੇ ਜ਼ਿਕਰ ਹੈ, ਇੱਕ ਇਤਿਹਾਸਕ ਜ਼ਿਕਰ ਹੈ, ਇਹਦਾ ਸਾਡੇ ਫਲਸਫੇ ਨਾਲ, ਸਾਡੀ ਜੋ ਅਸੀਂ ਪ੍ਰੈਕਟਿਸ ਕਰਦੇ ਹਾਂ, ਕਾਲ ਪੁਰਖ ਦੀ ਪ੍ਰਸਤਿਸ਼ ਕਰਦੇ ਹਾਂ, ਉਹਦੇ ਵਿੱਚ ਇਹਦਾ ਕੋਈ ਲੈਣ ਦੇਣ ਨਹੀਂ, ਕਿਉਂਕਿ ਉਹ ਬੜਾ ਕਲੀਅਰ ਕੱਟ ਗੁਰੂ ਸਾਹਿਬ ਸਾਨੂੰ ਇੱਕ ਗਾਈਡਲਾਈਨ ਦੇ ਗਏ, ਉਹ ਤੋਂ ਅਸੀਂ ਥੱਲੇ ਜਾ ਹੀ ਨਹੀਂ ਸਕਦੇ। ਉਹ ਨਾ ਸਾਨੂੰ ਕੋਈ ਲਿਜਾ ਸਕਦਾ, ਭਾਵੇਂ ਲੱਖੇ ਬਿਆਨਬਾਜ਼ੀਆਂ ਇੱਦਾਂ ਦੀਆਂ ਕਰਦੇ ਰਹਿਣ। ਅਗਲੀ ਗੱਲ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸਜਿਦ ਜਿਹੜੀ ਸੀ ਉਹਨੂੰ ਆਜ਼ਾਦ ਕਰਾ ਕੇ ਮੁੜ ਕੇ ਰਾਮ ਮੰਦਰ ਜਿਹੜਾ ਸੀ ਉਹਨੂੰ ਸਥਾਪਿਤ ਕੀਤਾ ਸੀ, ਜਾਂ ਰਾਮ ਮੰਦਰ ਉਹਨਾਂ ਨੂੰ ਲੈ ਕੇ ਦਿੱਤਾ ਸੀ ਬੈਗ, ਮੁਗਲਾਂ ਨਾਲ ਲੜਾਈ ਕਰਕੇ। ਇਹ ਬਿਲਕੁਲ ਝੂਠ ਆ, ਨਿਰਮੂਲ ਆ। ਗੁਰੂ ਸਾਹਿਬ ਉੱਥੇ ਗਏ ਆ, ਉਸ ਜਗ੍ਹਾ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਆ, ਉਹਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਜਾਣਾ, ਗੁਰੂ ਤੇਗ ਬਹਾਦਰ ਜੀ ਦਾ ਉੱਥੇ ਜਾਣਾ, ਇਤਿਹਾਸਕ ਹਵਾਲੇ ਮਿਲਦੇ ਆ। ਔਰ ਉਹ ਰਸਤਾ ਸੀ ਜਦੋਂ ਪਟਨਾ ਸਾਹਿਬ ਤੋਂ ਬਾਲ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਆ ਤੇ ਉੱਥੋਂ ਦੀ ਹੋ ਕੇ ਗੁਜ਼ਰੇ ਆ ਔਰ ਉਸੇ ਜਗ੍ਹਾ ਤੇ ਠਹਿਰੇ ਆ। ਔਰ ਉਦੋਂ ਉਹਨਾਂ ਦੀ ਉਮਰ 6 ਸਾਲ ਸੀ। ਹੁਣ 6 ਸਾਲ ਵਿੱਚ ਉਹਨੇ ਕਿਹੜੀ ਜੰਗ ਕੀਤੀ ਤਾਂ ਕਿੱਥੋਂ ਲੈ ਕੇ ਦਿੱਤਾ, ਉਹ ਤੋਂ ਬਾਅਦ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਕਿ ਗੁਰੂ ਸਾਹਿਬ ਬੈਕ ਉੱਥੇ ਦੁਬਾਰਾ ਅਯੁੱਧਿਆ ਗਏ ਆ। ਸੋ ਇਹ ਜਿਹੜਾ ਇਤਰਾਜ਼ ਆ ਸਿੱਖਾਂ ਵਿੱਚ ਇਹਨਾਂ ਟਿੱਪਣੀਆਂ 'ਤੇ, ਇਹ ਜਾਇਜ਼ ਆ, ਲੇਕਿਨ ਇਹ ਦੇਖਣਾ ਚਾਹੀਦਾ ਕਿ ਅਸੀਂ ਜਦੋਂ ਇਤਰਾਜ਼ ਕਰਦੇ ਹਾਂ ਕੁਝ ਆਪਣਾ ਅਸਲੀ ਜੋ ਸਾਡਾ ਇਤਿਹਾਸ ਆ ਉਹਨੂੰ ਤਾਂ ਨਹੀਂ ਨਕਾਰੀ ਜਾਂਦੇ, ਗੁਰੂ ਲਿਖਤਾਂ 'ਤੇ ਤਾਂ ਨਹੀਂ ਅਸੀਂ ਕਿੰਤੂ ਪਰੰਤੂ ਕਰੀ ਜਾਂਦੇ, ਗੁਰੂ ਦੇ ਉੱਤੇ ਤਾਂ ਨਹੀਂ ਅਸੀਂ ਆਪਣੇ ਦੇ ਇਲਜ਼ਾਮ ਉਠਾਈ ਜਾਂਦੇ। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਭੱਲੇ ਅਮਰਦਾਸ ਦੀ ਗੱਲ ਹੈ, ਸੋਢੀ ਰਾਮਦਾਸ ਦੀ ਗੱਲ ਹੈ, ਭਾਈ ਗੁਰਦਾਸ ਦੀਆਂ 12 ਵਿੱਚ ਹੈ ਕਿ ਚੱਲੀ ਪੀੜ੍ਹੀ ਸੋਢੀਆਂ, ਅਤੇ ਸਾਨੂੰ ਇਹ ਸਾਰਾ ਗਿਆਨ ਹੋਣਾ ਚਾਹੀਦਾ। ਲੇਕਿਨ ਗਿਆਨ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਦੀਆਂ ਮੀਨਿੰਗਲੈਸ ਰਿਚੁਅਲ ਕਰਮ ਕਾਂਡ ਦੇ ਬਿਲਕੁਲ ਪੁਜਾਰੀ ਨਹੀਂ ਆ, ਔਰ ਨਾ ਹੀ ਸਾਨੂੰ ਕੋਈ ਬਣਾ ਸਕਦਾ। ਜੇ ਅਸੀਂ ਆਪਣੇ ਆਪ ਹੀ ਬਣਾਵਾਂਗੇ ਤਾਂ ਉਹ ਡਿਫਰੈਂਟ ਸਟੋਰੀ ਹੈ। ਜਿਵੇਂ ਕਿ ਅੱਜ ਕੱਲ੍ਹ ਕੁਛ ਡੇਰੇਦਾਰੀ ਟਕਸਾਲਾਂ ਬੜੇ ਬੜੇ ਜਥੇ ਉਹ ਗੁਰਮਤਿ ਨੂੰ ਛੱਡ ਕੇ, ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਛੱਡ ਕੇ ਪੁੱਠੇ ਪੁੱਠੇ ਕਰਮ ਕਾਂਡਾਂ 'ਚ ਧੱਸਦੇ ਜਾ ਰਹੇ ਆ। ਉਹ ਤੋਂ ਸੁਚੇਤ ਹੋਣ ਦੀ ਲੋੜ ਆ। ਹਾਂ, ਜਦੋਂ ਇੱਦਾਂ ਦਾ ਕੋਈ ਬਿਆਨ ਦੂਸਰੇ ਦਿੰਦੇ ਆ ਅਤੇ ਉਹਨਾਂ ਦਾ ਨੋਟਿਸ ਲੈਣਾ ਬਹੁਤ ਜ਼ਰੂਰੀ ਆ, ਲੇਕਿਨ ਉਹ ਨੋਟਿਸ ਲੈ ਕੇ ਆਪਣੇ ਹੀ ਲਿਖਤਾਂ ਨੂੰ, ਗੁਰੂ ਸਾਹਿਬ ਦੀਆਂ ਬੋਲਾਂ ਨੂੰ ਕਿੰਤੂ ਪਰੰਤੂ ਦਾ ਵਿਸ਼ਾ ਬਣਾ ਦੇਣਾ, ਇਹ ਕਿਸੇ ਤਰ੍ਹਾਂ ਨਾਲ ਵੀ ਅਕਲਮੰਦੀ ਨਹੀਂ ਆ, ਸਿੱਖੀ ਨਹੀਂ ਆ, ਔਰ ਗੁਰੂ ਦੀ ਖੁਸ਼ੀ ਇਸ ਨਾਲ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਇੱਕੋ ਇੱਕ ਹੱਲ ਆ ਕਿ ਅਸੀਂ ਆਪਣੇ ਆਪ ਨੂੰ ਜਾਗਰੂਕ ਕਰੀਏ, ਆਪਣੇ ਆਪ ਨੂੰ ਗੁਰਮਤਿ ਦੀ ਸਿੱਖਿਆ ਦਈਏ, ਜਿਹੜੀ ਕਿ ਕਾਫੀ ਸਮੇਂ ਤੋਂ ਸਾਡੀ ਕੌਮ ਵਿੱਚ ਇਸ ਦੀ ਘਾਟ ਹੈ। ਔਰ ਜਿੱਥੇ ਜਿੱਥੇ ਅੱਜ ਕੱਲ੍ਹ ਸਿੱਖਿਆ ਦਿੱਤੀ ਜਾ ਰਹੀ ਆ, ਉਹਨਾਂ ਦਾ ਆਪਣੇ ਕੁਝ ਏਜੰਡੇ ਨੇ। ਜੇ ਉਹ ਏਜੰਡੇ ਨਾ ਹੋਣ ਤਾਂ ਹਰ ਸੰਸਥਾ ਮੁਬਾਰਕ ਆ। ਗੁਰੂ ਸਾਹਿਬ ਦੇ ਵੇਲੇ 22 ਮੰਜੀਆਂ ਸੀ, ਅੱਜ ਜੇ ਵੱਖਰੇ ਵੱਖਰੇ ਜਥੇਬੰਦੀਆਂ, ਡੇਰੇ, ਟਕਸਾਲਾਂ ਹੈਗੀਆਂ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਗੁਰੂ ਸਾਹਿਬ ਦੇ ਵੇਲੇ 22 ਮੰਜੀਆਂ ਦਾ ਇੱਕੋ ਹੀ ਮਨੋਰਥ ਸੀ। ਜੇ ਕੋਈ ਬੰਦਾ ਚੌਥੀ ਮੰਜੀ 'ਚੋਂ ਸਿੱਖਿਆ ਲੈ ਕੇ ਆਇਆ ਤਾਂ ਜਾ ਕੇ 18ਵੀਂ ਮੰਜੀ ਵਾਲੇ ਨਾਲ ਗੱਲ ਕਰਦਾ ਹੀ ਸਿੱਖਣਾ, ਅਤੇ ਵਿਚਾਰ ਇੱਕੋ ਹੀ ਸੀਗੇ। ਅੱਜ ਜਿਹੜਾ ਇੱਕ ਡੇਰੇ ਤੋਂ ਜਾਂਦਾ ਉਹਦਾ ਦੂਜੇ ਨਾਲ ਨਹੀਂ ਵਿਚਾਰ ਮਿਲਦਾ, ਦੂਜੇ ਦਾ ਤੀਜੇ ਨਾਲ ਨਹੀਂ ਮਿਲਦਾ। ਇਸ ਚੀਜ਼ ਨੇ ਸਾਨੂੰ ਜਿਹੜੀ ਆ ਮਤਲਬ ਨੇਸਤੋ ਨਬੂਦ ਵਾਲੇ ਰਾਹ 'ਤੇ ਉੱਤੇ ਚੜ੍ਹਾਇਆ ਹੋਇਆ। ਇਹ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਆ। ਬਾਕੀ ਕੋਈ ਜਿੱਦਾਂ ਦੇ ਮਰਜ਼ੀ ਬਿਆਨ ਦੇਈ ਜਾਵੇ, ਸਾਡੇ ਗੁਰੂ ਨੇ ਇੱਕ ਐਸਾ ਸੱਚ ਪ੍ਰਗਟ ਕੀਤਾ ਕਿ ਅਸੀਂ ਉਹਦੇ ਨਾਲ ਉਹਦਾ ਦਾਮਨ ਫੜ ਰੱਖੀਏ, ਸਾਡਾ ਵਾਲ ਬਿੰਗਾ ਨਹੀਂ ਹੋ ਸਕਦਾ। ਸੋ ਮੈਂ ਇਹ ਕਹਿਣਾ, ਦੁਬਾਰਾ ਫਿਰ ਬੇਨਤੀ ਆ ਕਿ ਉਹਨਾਂ ਟਿੱਪਣੀਆਂ ਦਾ ਨੋਟਿਸ ਲੈਣਾ ਬਹੁਤ ਜ਼ਰੂਰੀ ਆ ਕਿ ਉਹ ਕਿੱਥੋਂ ਆ ਰਹੇ ਨੇ, ਉਹਨਾਂ ਦੀ ਮਨਸ਼ਾ ਪਿੱਛੇ ਕੀ ਆ। ਪਰ ਉਹਨਾਂ ਦੇ ਬਹਿਕਾਵੇ 'ਚ ਆ ਕੇ ਆਪਣੀਆਂ ਲਿਖਤਾਂ 'ਤੇ ਕਿੰਤੂ ਪਰੰਤੂ ਕਰਨਾ, ਗੁਰੂ ਦੇ ਉੱਤੇ ਮਤਲਬ ਕਿੰਤੂ ਪਰੰਤੂ ਕਰਨ ਦੀ ਜਿਹੜੀ ਆ ਉਹ ਗੁੰਜਾਇਸ਼ ਪੈਦਾ ਕਰ ਲੈਣੀ, ਇਹ ਮੈਂ ਸਮਝਦਾ ਅਕਿਤ ਘਣਤਾ ਹੈ। ਸੋ ਇਸ ਤੋਂ ਸਾਨੂੰ ਹਰ ਸਿੱਖ ਨੂੰ ਬਚਣ ਦੀ ਲੋੜ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ.fm ਦੇ ਸਰੋਤਿਆਂ ਨਾਲ ਪੰਥਕ ਸ਼ਖਸੀਅਤਾਂ, ਪ੍ਰਚਾਰਕਾਂ, ਯੂਨੀਵਰਸਿਟੀਆਂ ਦੇ ਵਿਦਵਾਨਾਂ ਅਤੇ ਸਾਡੇ ਸੰਪਰਦਾਇ ਟਕਸਾਲੀ ਗਿਆਨੀਆਂ ਮਹਾਂਪੁਰਸ਼ਾਂ ਨਾਲ ਮੁਲਾਕਾਤਾਂ ਦੀ ਇਹ ਵਿਸ਼ੇਸ਼ ਕੜੀ ਅੱਜ ਆਣ ਪਹੁੰਚੀ ਹੈ ਡਾਕਟਰ ਅਨੋਖ ਸਿੰਘ ਜੀ ਬਠਿੰਡਾ ਪਾਸ। ਜੋ ਹਾਲਾਤ ਪੰਥ ਵਿੱਚ ਵਾਪਰ ਰਹੇ ਹਨ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਅਤੇ ਪੰਥਕ.fm ਦੇ ਸਰੋਤਿਆਂ ਅਤੇ ਦਸ਼ਮ ਗ੍ਰੰਥ ਦੇ ਵਿਰੋਧੀਆਂ ਵੱਲੋਂ ਬਹੁਤ ਤਿੱਖੇ ਰੂਪ 'ਚ ਪੁੱਛੇ ਗਏ ਕੁਝ ਸਵਾਲਾਂ ਦੀ ਝੜੀ ਅੱਜ ਅਸੀਂ ਡਾਕਟਰ ਸਾਹਿਬ ਤੇ ਲਗਾਣੀ ਹੈ। ਪੰਥਕ ਦੇ ਜਿਹੜੇ ਉਹ ਸਰੋਤੇ ਹਨ ਜਿਹੜੇ ਕਿ ਦਸ਼ਮ ਗ੍ਰੰਥ ਦੇ ਵਿਰੋਧੀ ਵਰਗ ਦੀਆਂ ਗੱਲਾਂ ਤੋਂ ਪ੍ਰਭਾਵਿਤ ਹਨ। ਦੂਸਰਾ ਇਲਜ਼ਾਮ ਦਮਦਮੀ ਟਕਸਾਲ ਤੇ ਉੱਪਰ ਇਹ ਹੈ ਕਿ ਦਮਦਮੀ ਟਕਸਾਲ ਦੇ ਵਿਦਿਆਰਥੀ ਗਿਆਨੀ ਪੂਰਨ ਸਿੰਘ ਜੀ ਜਿਹੜੇ ਜਥੇਦਾਰ ਰਹੇ, ਉਹਨਾਂ ਨੇ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਿਹਾ ਜਾਂ ਗੁਰੂ ਸਾਹਿਬਾਨਾਂ ਨੂੰ ਲਵ-ਕੁਸ਼ ਦੀ ਅੰਸ਼ ਵਿੱਚੋਂ ਕਿਹਾ। ਸਾਡੇ ਵਿਰੋਧੀ ਵੀਰਾਂ ਦਾ ਇਹ ਕਹਿਣਾ ਹੈ ਇਹ ਬਹਾਨਾ ਗਿਆਨੀ ਪੂਰਨ ਸਿੰਘ ਨੂੰ ਸਿੱਖਾਂ ਨੂੰ ਹਿੰਦੂ ਬਣਾਉਣ ਦਾ ਬਚਿੱਤਰ ਨਾਟਕ ਦੀ ਬੰਸਾਵਲੀ ਕਰਕੇ ਮਿਲਿਆ। ਤੁਸੀਂ ਇਹ ਸਪਸ਼ਟ ਕਰੋ ਕਿ ਕੀ ਇਸ ਦੇ ਨਾਲ ਸਿੱਖ ਹਿੰਦੂ ਨਹੀਂ ਹੋ ਜਾਂਦੇ? ਦੇਖੋ, ਇਹ ਨਾਲ ਹਿੰਦੂ ਕਿਵੇਂ ਹੋ ਜਾਣਗੇ? ਹਰ ਇੱਕ ਬੰਦੇ ਦੀ ਜਿਹੜੀ ਹੈਗੀ ਜਾਤ ਕੁੱਲ ਤਾਂ ਹੁੰਦੀ ਹੈ ਨਾ। ਆਖਰਕਾਰ ਅਸੀਂ ਇਸ ਹਿੰਦੁਸਤਾਨ ਦੇ ਵਿੱਚ ਹੀ ਪੈਦਾ ਹੋਏ ਆ, ਔਰ ਸਾਡੀਆਂ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਕਿਸੇ ਨਾ ਕਿਸੇ ਪਾਸੇ ਜਾ ਕਰਕੇ ਲਾਜ਼ਮੀ ਮਿਲਦੀ ਹੈਗੀ। ਅਗਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਪੀੜ੍ਹੀ ਜਾ ਕਰਕੇ ਬੇਦੀਆਂ ਨਾਲ ਮਿਲ ਗਈ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਾ ਕਰਕੇ ਸੋਢੀਆਂ ਨਾਲ ਮਿਲ ਗਏ, ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ? ਆਖਰਕਾਰ ਅਸੀਂ ਜੋ ਇਸੇ ਜਨਮ ਲਿਆ ਤੇ ਹਿੰਦੁਸਤਾਨ ਦੇ ਵਿੱਚੋਂ ਲਿਆ ਨਾ, ਔਰ ਫਿਰ ਜਿਹੜੀ ਗੱਲ ਨੂੰ ਗੁਰਬਾਣੀ ਮੰਨਦੀ ਹੈਗੀ ਉਸ ਗੱਲ ਨੂੰ ਤੁਸੀਂ ਕਿਵੇਂ ਝੁਠਾ ਸਕਦੇ ਹੋ? ਜਿਹੜੀ ਗੱਲ ਇਹ ਕਹਿੰਦੇ ਹਨਗੇ ਵੀ ਸਿੱਖਾਂ ਵਿੱਚ ਕੋਈ ਗੋਤ ਜਾਤ ਵਗੈਰਾ ਕੁਝ ਨਹੀਂ ਹੁੰਦਾਗਾ,
ਗੋਤ ਜਾਤ ਤਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਸਮੇਂ ਤੋਂ ਲੈ ਕਰਕੇ ਹੀ ਜਿਹੜੇ ਸੀ ਉਹ ਨਾਸ਼ ਕਰਨੇ ਸ਼ੁਰੂ ਕੀਤੇ। ਤੁਹਾਨੂੰ ਪਤਾ ਹੀ ਹੈ ਨਾ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਹਿੰਦੂ ਧਰਮ ਦੇ ਵਿੱਚ ਲਿਆਉਣ ਵਾਸਤੇ ਜਨੇਊ ਪਾਉਣ ਲੱਗਿਆ ਤੇ ਮਹਾਰਾਜ ਸਾਹਿਬ ਜੀ ਜਿਹੜੇ ਸੀ ਇਨਕਾਰੀ ਹੋ ਗਏ ਸਨ। ਅਗਰ ਅਸੀਂ ਗੁਰੂਆਂ ਦਾ ਜੀਵਨ ਸ਼ੁਰੂ ਤੋਂ ਲੈ ਕੇ ਪੜ੍ਹੀਏ ਤਾਂ ਗੁਰੂ ਮਹਾਰਾਜ ਸਾਹਿਬ ਜੀ ਨੇ ਹਰ ਥਾਂ ਦੇ ਉੱਪਰ ਜੋ ਪਰੰਪਰਾਵਾਦੀ ਰੂੜੀਵਾਦੀ ਜੋ ਗੱਲਾਂ ਚੱਲੀਆਂ ਆ ਰਹੀਆਂ ਸਨ ਉਹਨੀਆਂ ਸਭ ਤੇ ਵਿਰੋਧਤਾ ਕੀਤੀ। ਔਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਸਾਫ਼ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ, ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ। ਔਰ ਤੀਸਰਾ ਪੰਥ ਜਿਹੜਾ ਸੀਗਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇੱਕ ਨਿਉ ਰੱਖੀ ਸੀ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਉਸ ਦੇ ਉੱਪਰ ਮੋਹਰ ਲਾ ਕਰਕੇ ਜਿਹੜਾ ਉਹ ਚਲਾਇਆ। ਬਾਕੀ ਜੇ ਸੋਢੀ ਗੋਤ ਵਿੱਚੋਂ ਇਹ ਆ ਗਏ, ਬੇਦੀ ਗੋਤ ਵਿੱਚੋਂ ਆ ਗਏ, ਔਰ ਕੁਦਰਤੀ ਗੱਲ ਰਾਮਚੰਦਰ ਅਤੇ ਲਵ ਕੁਸ਼ ਉਹ ਵੀ ਇਸੇ ਗੋਤਾਂ ਦੇ ਵਿੱਚੋਂ ਹੋਏ ਨੇ, ਤੇ ਫਿਰ ਇਹ ਵਿੱਚ ਕੀ ਗੱਲ ਆਖਿਰਕਾਰ ਸ਼ੁਰੂ ਤੋਂ ਲੈ ਕਰਕੇ ਅੱਜ ਤੱਕ ਦਾ ਸਾਹਿਤ ਇਹ ਗੱਲ ਪੁੱਛਦਾ ਹੈ, ਦੱਸ ਭਾਈ ਤੁਸੀਂ ਕਿਹੜੀ ਗੋਤ ਵਿੱਚੋਂ ਆ, ਕਿਹੜੀ ਜਾਤ ਵਿੱਚੋਂ ਆ, ਤੁਹਾਡੀ ਕੁੱਲ ਪੁਰਾਣੀ ਕੀ ਹੈਗੀ। ਅਗਰ ਇਹ ਸਾਰੀ ਦੀ ਸਾਰੀ ਕੁੱਲ ਜਾ ਕਰਕੇ ਲਵ ਕੁਸ਼ ਦੇ ਨਾਲ ਜਾਂ ਰਾਮਚੰਦਰ ਦੇ ਨਾਲ ਮਿਲ ਗਈ ਹੈਗੀ ਤੇ ਇਹਦੇ ਨਾਲ ਅਸੀਂ ਹਿੰਦੂ ਨਹੀਂ ਹੋਣ ਲੱਗੇਗੇ। ਆ ਹੁਣ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਮੁਸਲਮਾਨ ਨੇ ਉਹ ਹਿੰਦੁਸਤਾਨ ਦੇ ਵਿੱਚ ਹੀ ਬਣੇ ਨੇ ਤੇ ਉਹਨਾਂ ਦੀ ਜੇਕਰ ਕਿ ਅਸੀਂ ਕੁੱਲ ਜਾਤ ਮਿਲਾਈਏ ਤਾਂ ਕੋਈ ਪੰਡਤਾਂ ਨਾਲ ਜਾ ਕਰਕੇ ਮਿਲਦੀ ਹੈ, ਕੋਈ ਸੋਢੀਆਂ ਨਾਲ ਮਿਲਦੀ ਹੈ, ਕੋਈ ਜਾ ਕਰਕੇ ਬੇਦੀਆਂ ਨਾਲ ਮਿਲਦੀ ਹੈ, ਕੋਈ ਜੱਟਾਂ ਚੋਂ ਮਿਲ ਜਾਂਦੀ ਹੈ, ਪਰ ਉਹ ਹੁਣ ਮੁਸਲਮਾਨ ਬਣ ਗਏ ਨੇ। ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਛਕਾ ਦਿੱਤਾ ਅਸੀਂ ਖਾਲਸੇ ਬਣ ਗਏ, ਉਦੋਂ ਸਾਡੀ ਜਿਹੜੀ ਪਿਛਲੀ ਕੁੱਲ ਤੇ ਜਾਤ ਸੀ ਉਹ ਖਤਮ ਹੋ ਗਈ। ਉਸ ਤੋਂ ਬਾਅਦ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਇੱਕ ਖਾਲਸਾ ਪੰਥ ਹੈ, ਇੱਕ ਕੌਮ ਹੈ। ਪਰ ਇਤਿਹਾਸਕ ਸੱਚਾਈ ਨੂੰ ਵਰਣਿਤ ਕਰਨ ਵਾਸਤੇ, ਇਤਿਹਾਸ ਨੂੰ ਸਾਹਮਣੇ ਰੱਖਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪ ਵਿਚਿਤ੍ਰ ਨਾਟਕ ਦੇ ਵਿੱਚ ਆਪਣੀ ਕਥਾ ਲਿਖੀ ਹੈ। ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇਹ ਕਥਾ ਲਿਖ ਰਹੇ ਸਨਗੇ ਉਸ ਸਮੇਂ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਲਿਖਾਰੀ ਹੋਏ ਨੇ ਸਭ ਨੇ ਆਪਣੀਆਂ ਕਥਾਵਾਂ ਕਹਾਣੀਆਂ ਜਿਹੜੀਆਂ ਨੇ ਆਪਣੀਆਂ ਕੁੱਲ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਵੀ ਇਹ ਫਲਾਂ ਮਨੁੱਖ, ਫਲਾਂ ਦੇਵਤਾ, ਫਲਾਂ ਗੁਰੂ ਪੀਰ ਕਿਸ ਕੁੱਲ ਦੇ ਵਿੱਚੋਂ ਹੋਏ ਹਨਗੇ। ਸੋ ਇਸ ਕਰਕੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਇਹਦੇ ਨਾਲ ਅਸੀਂ ਹਿੰਦੂ ਨਹੀਂ ਬਣ ਜਾਂਦੇ। ਹਿੰਦੂ ਦਾ ਤਾਂ ਬਣਾਂਗੇ ਜੇ ਅਸੀਂ ਹਿੰਦੂ ਧਰਮ ਨੂੰ ਗ੍ਰਹਿਣ ਕਰਾਂਗੇ। ਤੇ ਜੇਕਰ ਕਿ ਕਿਸੇ ਕੁੱਲ ਦੇ ਵਿੱਚ ਪੈਦਾ ਹੋ ਗਿਆ ਤੇ ਉਹ ਫਿਰ ਹਿੰਦੂ ਨਹੀਂ ਬਣਦਾ। ਔਰ ਗੁਰਬਾਣੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਮਹਾਰਾਜ ਸਾਹਿਬ ਜੀ ਨੇ ਲਿਖਿਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾਵਾ। ਹਾਂਜੀ, ਫਿਰ ਰਾਮਦਾਸ ਸੋਢੀ ਤਿਲਕ ਦਿਓਣ। ਪਿਛਲੀ ਜਾਤ ਕੁੱਲ ਦਾ ਪਤਾ ਹੋਣਾ ਹਰ ਮਨੁੱਖ ਨੂੰ ਜਿਹੜਾ ਉਹ ਚਾਹੀਦਾ। ਸ਼ਲੋਕ 12 ਤੋਂ ਵਧੇਕ ਦੇ ਵਿੱਚ ਇਹਦੇ ਵਿੱਚ ਕੀ ਨਾਮ ਹੈ ਪੱਠਾਂ ਦੇ ਸਵਈਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਿਹੜੀ ਹੈਗੀ ਉਹ ਸੋਢੀਆਂ ਦੇ ਬਾਰੇ ਗੁਰੂ ਰਾਮਦਾਸ ਬਾਰੇ ਜਿੱਥੇ ਵੀ ਸ਼ਬਦ ਆਉਂਦਾ ਹੈ ਉੱਥੇ ਨਾਲ ਸੋਢੀ ਵੀ ਆਉਂਦਾ ਹੈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਿਆਈ। ਤੇ ਮਹਾਰਾਜ ਸਾਹਿਬ ਜੀ ਕੁੱਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ। ਇਸ ਤਰ੍ਹਾਂ ਕਰਕੇ ਬਹੁਤ ਸਾਰੇ ਸ਼ਬਦ ਆਉਂਦੇ ਜਿੱਥੇ ਕਿ ਸੋਢੀ ਲਫ਼ਜ਼ ਯੂਜ਼ ਹੁੰਦਾ ਹੈ ਤੇ ਅਸੀਂ ਹੁਣ ਗੁਰਬਾਣੀ ਤਾਂ ਝੁਠਲਾ ਨਹੀਂ ਸਕਦੇ। ਔਰ ਜੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੀ ਪਿਛਲੀ ਕੁੱਲ ਦਾ ਵਰਣਨ ਕਰ ਦਿੱਤਾ ਹੈ ਤੇ ਕੋਈ ਪਹਾੜ ਨਹੀਂ ਡਿੱਗਣ ਲੱਗਿਆ। ਔਰ ਉਸ ਵਰਣਨ ਦੇ ਨਾਲ ਉਸ ਸਾਹਿਤ ਦੇ ਨਾਲ ਇਤਿਹਾਸ ਦੇ ਨਾਲ ਅਸੀਂ ਜਿਹੜੇ ਆ ਉਹ ਹਿੰਦੂ ਨਹੀਂ ਹੋਣ ਲੱਗੇ। ਡਾਕਟਰ ਸਾਹਿਬ ਇਸ ਪ੍ਰਸ਼ਨ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਸੋਢੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਤੇ ਬੇਦੀ ਕੁੱਲ ਦਾ ਫਿਰ ਜ਼ਿਕਰ ਕਿਵੇਂ ਆ ਗਿਆ? ਵਿਚਿਤ੍ਰ ਨਾਟਕ ਬੇਦੀ ਕੁੱਲ ਦਾ ਜ਼ਿਕਰ ਕਿਵੇਂ ਆ ਗਿਆ? ਬੇਦੀ ਹੁਣ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੇਦੀ ਕੁੱਲ ਦੇ ਵਿੱਚੋਂ ਸੀਗੇ ਤੇ ਹੁਣ ਉਸ ਜ਼ਮਾਨੇ ਦੇ ਵਿੱਚ ਬੇਦੀ ਕੁੱਲਾਂ ਦਾ ਜਿਹੜਾ ਵਰਣਨ ਸੀਗਾ ਉਹ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਗੁਰੂ ਪੀਰ ਹਰ ਸਾਹਿਤ ਦੇ ਨਾਲ ਹਰ ਇਤਿਹਾਸ ਦੇ ਨਾਲ ਜਿਹੜਾ ਉਹ ਜੁੜ ਕੇ ਆਉਂਦਾ ਹੈ। ਅਗਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਵਰਣਨ ਇਤਿਹਾਸ ਦੇ ਵਿੱਚ ਜਨਮ ਸਾਖੀਆਂ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਹ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਹੜੇ ਸੀ ਨੇ ਬੇਦੀ ਕੁਲ ਕੀਤਾ ਹਾਂਜੀ ਉਹ ਬੇਦੀ ਕੁਲ ਦੇ ਵਿੱਚੋਂ ਹੋਏ ਨੇ, ਉਹ ਚਾਨਣ ਮੁਨਾਰੇ ਹੋਏ ਨੇ। ਤੇ ਜੇਕਰ ਕਿ ਅਸੀਂ ਇਹ ਮੰਨ ਕਰਕੇ ਚੱਲੀਏ ਵੀ ਇਹਦੇ ਨਾਲ ਇਸ ਜਾਤ ਗੋਤ ਨਾਲ ਲਾਉਣ ਦੇ ਨਾਲ ਅਸੀਂ ਹਿੰਦੂ ਬਣ ਜਾਵਾਂਗੇ ਇਹ ਤਾਂ ਸਾਡੀ ਬਹੁਤ ਨੀਵੀਂ ਸੋਚਣੀ ਹੋਊਗੀ।